ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਅਦੁੱਤੀ ਗੁਰੂ ਨਾਨਕ ਦੇਵਾ। ਓੰਕਾਰ ਗੁਰ ਅੰਗਦ ਅਭੇਵਾ। ਸਤਿਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਅਰਜਨ ਗੁਣ ਖਾਨੀ। ਨਿਰਭਉ ਹਰਿ ਗੋਬਿੰਦ ਗੁਣ ਦਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ। ਸੈਭੰ ਗੁਰ ਦਸਮੇਸ਼ ਸਹਾਈ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ। ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ। ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸਵਾਇਮਾਨ ਸਤਿਗੁਰੂ। ਲੋਕ ਪਰਲੋਕ ਦੇ ਦਾਤੇ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 11ਵੀਂ ਜੋਤ। ਗੁਰੂ ਨਾਨਕ ਦੇ 11ਵੇਂ ਸਰੂਪ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਤੋਂ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੇ ਹੋ ਜੋ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼ਰਵਣ ਕੀਤੇ ਨੇ। ਕਿਉਂਕਿ ਸੰਗਤ ਜੀ ਜਿਹੜਾ ਨਿਤਨੇਮ ਹੈ ਇਹ ਸਾਡੀ ਆਤਮਾ ਦੀ ਖੁਰਾਕ ਹੈ। ਜਿਸ ਤਰ੍ਹਾਂ ਸਰੀਰ ਦੀ ਖੁਰਾਕ ਭੋਜਨ ਹੈ,
ਆਤਮਾ ਦੀ ਖੁਰਾਕ ਭਜਨ ਹੈ। ਇਤਿਹਾਸ ਦੇ ਵਿੱਚ ਪ੍ਰਮਾਣ ਆਉਂਦਾ ਹੈ ਕਿ ਜਿਸ ਵੇਲੇ ਸਤਿਗੁਰੂ ਹਜ਼ੂਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਸ੍ਰੀ ਸਰਸਾ ਦੇ ਕੰਢੇ 'ਤੇ ਪੁੱਜੇ ਨੇ, ਤਾਂ ਉੱਥੇ ਸੰਗਤ ਜੀ ਬਹੁਤ ਭਿਆਨਕ ਯੁੱਧ ਹੋਇਆ ਮੁਗਲਾਂ ਦੇ ਨਾਲ। ਆਕਾਸ਼ ਦੇ ਵਿੱਚੋਂ ਵਰਖਾ ਪੈ ਰਹੀ ਹੈ, ਬਹੁਤ ਤੇਜ਼ ਮੀਂਹ ਹੈ। ਮੂਰਲੇ ਬੰਨੇ ਸਰਸਾ ਨਦੀ ਨੱਕਾਂ ਤੱਕ ਭਰੀ ਹੈ, ਪਿੱਛੇ ਦੁਸ਼ਮਣ ਦੀ ਫੌਜ ਹੈ। ਤਾਂ ਸਤਿਗੁਰੂ ਜੀ ਸੰਗਤ ਜੀ ਅੰਮ੍ਰਿਤ ਵੇਲਾ ਹੋਇਆ ਹੈ। ਮਹਾਰਾਜ ਜੀਆਂ ਦੇ ਉੱਪਰ, ਗੁਰਸਿੱਖਾਂ ਦੇ ਉੱਪਰ ਦੁਸ਼ਮਣ ਨੇ ਹੱਲਾ ਬੋਲਿਆ। ਤਾਂ ਜਿਸ ਵੇਲੇ ਗੁਰਸਿੱਖ ਸੰਗਤ ਜੀ ਮੂੰਹ ਤੋੜ ਮਨ ਜਵਾਬ ਦੇ ਰਹੇ ਨੇ, ਅੰਮ੍ਰਿਤ ਵੇਲੇ ਜੰਗ ਲੱਗ ਰਿਹਾ ਹੈ, ਢਾਲਾਂ ਦੇ ਉੱਪਰ ਕਿਰਪਾਨਾਂ ਨੇਜੇ ਵੱਜ ਰਹੇ ਨੇ, ਤਾਂ ਹਜ਼ੂਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਪਿਆਰੇ ਭਾਈ ਦਇਆ ਸਿੰਘ ਨੂੰ ਕਿਹਾ ਕਿ ਭਾਈ ਦਇਆ ਸਿੰਘ, ਸਾਨੂੰ ਭੁੱਖ ਲੱਗੀ ਹੈ। ਤਾਂ ਸੰਗਤ ਜੀ ਭਾਈ ਦਇਆ ਸਿੰਘ ਦੇ ਨੇਤਰਾਂ ਦੇ ਵਿੱਚੋਂ ਵੈਰਾਗ ਆ ਗਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਤੁਹਾਨੂੰ ਸਤਿਗੁਰੂ ਤੋਂ ਭੁੱਖ ਲੱਗੀ ਹੈ, ਮੈਂ ਤੁਹਾਡਾ ਦਾਸ ਹਾਂ। ਮਹਾਰਾਜ, ਤੁਹਾਨੂੰ ਪਤਾ ਆਕਾਸ਼ ਵਿੱਚੋਂ ਵਰਖਾ ਹੋ ਰਹੀ ਹੈ, ਮੀਂਹ ਪੈ ਰਿਹਾ ਹੈ, ਦੁਸ਼ਮਣ ਦੀ ਫੌਜ ਨੇ ਚੜ੍ਹਾਈ ਕਰ ਦਿੱਤੀ। ਹੇ ਪ੍ਰੀਤਮਾ, ਸਰੀਰ ਵਿੱਚ ਪ੍ਰਾਣ ਸੀ, ਜਿੰਦ ਸੀ, ਜਾਨ ਮੰਗ ਲੈਂਦਾ, ਕੱਢ ਕੇ ਤੇਰੇ ਕੋਲ ਰੱਖ ਦਿੰਦਾ। ਮਹਾਰਾਜ, ਇਸ ਵਕਤ ਇਹੋ ਇੰਨਾ ਕਠਿਨ ਸਵਾਲ ਕਿਉਂ ਪਾਇਆ? ਤਾਂ ਉਸ ਵੇਲੇ ਹੱਥ ਜੋੜ ਕੇ ਭਾਈ ਦਇਆ ਸਿੰਘ ਕਹਿਣ ਲੱਗੇ, ਮਹਾਰਾਜ, ਅਸੀਂ ਆਪ ਜੀ ਨੂੰ ਕੀ ਸ਼ਿਕਾਈਏ? ਤਾਂ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਗਤ ਜੀ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ, ਦਇਆ ਸਿੰਘਾ, ਸਾਡੇ ਸਰੀਰ ਨੂੰ ਭੁੱਖ ਨਹੀਂ, ਸਾਡੀ ਆਤਮਾ ਨੂੰ ਭੁੱਖ ਲੱਗੀ ਹੈ। ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਦੀ ਭੁੱਖ ਲੱਗੀ ਹੈ। ਫਿਰ ਇਤਿਹਾਸ ਅਗਵਾਹੀ ਦਿੰਦਾ ਹੈ ਸੰਗਤ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦਾ ਉੱਥੇ ਕੀਰਤਨ ਕੀਤਾ ਸਰਸਾ ਦੇ ਕੰਢੇ 'ਤੇ, ਸੰਪੂਰਨ ਨਿਤਨੇਮ ਕੀਤਾ। ਮਹਾਰਾਜ ਨੇ ਅਰਦਾਸਾ ਕੀਤਾ ਅਕਾਲ ਪੁਰਖ ਦੇ ਚਰਨਾਂ ਵਿੱਚ। ਸੋ ਭਾਵ, ਜੇਕਰ ਸਾਡੇ ਵੱਡੇ ਗੁਰੂ ਸੰਗਤ ਜੀ ਇਹੋ ਜਿਹੇ ਸਮਿਆਂ ਵਿੱਚ ਨਿਤਨੇਮ ਨਹੀਂ ਵਿਸਾਰਦੇ, ਅੱਜ ਤੇ ਸਤਿਗੁਰਾਂ ਨੇ ਸਾਨੂੰ ਮਹਾਨ ਕਿਰਪਾ ਕੀਤੀ ਹੈ, ਸੋਹਣੀਆਂ ਸੁੱਖ ਸਹੂਲਤਾਂ ਬਖਸ਼ ਕੀਤੀਆਂ ਨੇ, ਫਿਰ ਵੀ ਨਿਤਨੇਮ ਵਿਸਾਰ ਦੀਏ, ਇਹ ਉਹ ਕਿਰਤ ਘਣ 'ਤੇ ਕੋਈ ਹੋ ਹੀ ਨਹੀਂ ਸਕਦਾ। ਤਾਂ ਹੀ ਤਾਂ ਭਾਈ ਗੁਰਦਾਸ ਜੀ ਨੇ ਸੰਗਤ ਦੀ ਅਕਿਰਤ ਘਣ ਦੀ ਪਰਿਭਾਸ਼ਾ ਆਪਣੀਆਂ 12 ਅੰਦਰ ਦੱਸੀ ਹੈ ਕਿ ਜਿਹੜਾ ਅਕਿਰਤ ਘਣ ਹੈ ਸੰਗਤ ਜੀ, ਉਹ ਬਹੁਤ ਹੀ ਮੰਦਾ ਹੈ। ਭਾਈ ਗੁਰਦਾਸ ਜੀ ਨੇ ਪ੍ਰਿਥਵੀ ਦੀ ਉਦਾਹਰਨ ਦੇ ਕੇ ਸਮਝਾਇਆ ਕਿ ਪ੍ਰਿਥਵੀ ਸੰਗਤ ਜੀ ਡਮਾਂ ਡੋਲ ਹੋ ਰਹੀ ਹੈ। ਤਾਂ ਕਿਸੇ ਨੇ ਪੁੱਛਿਆ, ਪ੍ਰਿਥਵੀ, ਇਹ ਧਰਤੀ, ਤੂੰ ਕਿਉਂ ਇੰਨੀ ਡਮਾਂ ਡੋਲ ਹੋ ਰਹੀ, ਤੈਨੂੰ ਕਿਹਦਾ ਭਾਰ ਲੱਗਦਾ ਹੈ ਕਿ ਤੈਨੂੰ ਆ ਜਿਹੜੇ ਤੇਰੇ ਹਿਰਦੇ ਦੇ ਉੱਪਰ ਵੱਡੇ ਵੱਡੇ ਸੁਮੇਲ ਪਰਬਤ, ਕੋਟ ਗੜ੍ਹ ਨੇ, ਦਰਿਆ ਵਗਦੇ ਨੇ, ਵੱਡੇ ਵੱਡੇ ਬ੍ਰਿਸ਼ ਨੇ, ਕਿ ਤੈਨੂੰ ਇਹਨਾਂ ਦਾ ਭਾਰ ਲੱਗਦਾ ਹੈ? ਤਾਂ ਸੰਗਤ ਧਰਤੀ ਨੇ ਇਨਕਾਰ ਕਰ ਦਿੱਤਾ ਕਿ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਸ ਵੇਲੇ ਧਰਤੀ ਨੂੰ ਪੁੱਛਿਆ ਕਿ ਤੈਨੂੰ ਭਾਰ ਕਿਹਦਾ, ਧਰਤੀ ਕਹਿੰਦੀ, ਭਾਰੀ ਹੋਈ ਅਕਿਰਤ ਘਣ, ਮੰਦੀ ਹੂੰ ਮੰਦੇ, ਕਿ ਜਿਹੜੇ ਸੰਗਤ ਕਿਸੇ ਦਾ ਕੀਤਾ ਹੋਇਆ ਪਰ ਉਪਕਾਰ ਵਿਸਾਰ ਦੇਣ, ਉਹ ਅਕਿਰਤ ਘਣ ਨੇ। ਧਰਤੀ ਕਹਿੰਦੀ, ਮੈਥੋਂ ਉਹਨਾਂ ਦਾ ਭਾਰ ਨਹੀਂ ਸਹਿ ਹੁੰਦਾ। ਸਰੋਹ ਵਿਚਾਰ ਸਿੰਘ ਦੀ ਆਪ ਗੁਰਸਿੱਖਾਂ 'ਤੇ ਬਚਨ 'ਤੇ ਨਹੀਂ ਢੋਕਦੇ, ਕਿਉਂਕਿ ਆਪ ਜੀ ਤੇ ਅੰਮ੍ਰਿਤ ਵੇਲੇ ਤੋਂ ਹਜ਼ੂਰ ਦੇ ਚਰਨਾਂ ਜੁੜਦੇ ਹੋ। ਸਰੋਹ ਵਿਚਾਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਜੋ ਪਾਵਨ ਬਾਣੀ ਹੈ, ਜਿਹੜੀ ਸੰਗਤ ਜੀ ਵੈਰਾਗ ਨੂੰ ਪੈਦਾ ਕਰਨ ਵਾਲੀ ਹੈ,
ਕਿਉਂਕਿ ਵੈਰਾਗ ਦੇ ਵਿੱਚੋਂ ਹੀ ਅੱਗੇ ਮੁਕਤੀ ਦੀ ਦਾਤ ਪੈਦਾ ਹੋਣੀ ਹੈ। ਵਿਦਵਾਨ ਗੁਰਮੁਖਾਂ ਨੇ ਮੁਕਤੀ ਦੇ 6 ਸਾਧਨ ਮੰਨੇ ਨੇ। ਉਹਨਾਂ ਦੇ ਵਿੱਚੋਂ ਜਿਹੜਾ ਵੈਰਾਗ ਹੈ ਉਹ ਮੇਨ ਸਾਧਨ ਹੈ। ਜਿਵੇਂ ਲਾੜੇ ਤੋਂ ਬਿਨਾਂ ਜੰਝ ਨਹੀਂ ਸੌਂਦੀ, ਇਸੇ ਤਰ੍ਹਾਂ ਜਿਹੜਾ ਮੋਕਸ਼ ਦਾ ਭਾਈ ਅਧਿਕਾਰੀ ਹੈ, ਜੇਕਰ ਉਹਦੇ ਕੋਲ ਵੈਰਾਗ ਹੀ ਨਾ ਹੋਵੇ ਫਿਰ ਉਹਦੇ ਜਿਹੜੇ ਦੂਸਰੇ ਗੁਣ ਨੇ ਫਿੱਕੇ ਭਾਸਦੇ ਨੇ। ਸੋ ਸਤਿਗੁਰੂ ਮਹਾਰਾਜ ਜੀਆਂ ਦੀ ਵੈਰਾਗ ਦੀ ਬਾਣੀ ਹੈ। ਆਓ ਸੰਗਤ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਆਪਣੇ ਹਿਰਦੇ ਅੰਦਰ ਵਸਾਈਏ। ਮਹਾਰਾਜ ਜੀ ਦਾ ਪਾਵਨ ਉਪਦੇਸ਼ ਸ਼੍ਰਵਣ ਕਰੀਏ। ਸਾਰੇ ਗੁਰਸਿੱਖ ਮਨੋਬਿਰਤੀਆਂ ਇਕਾਗਰ ਕਰਨ ਵਾਸਤੇ ਆਪਣੀ ਰਸਨਾ ਦੀ ਕਲਿਆਣਤਾ ਪਵਿੱਤਰਤਾ ਦੇ ਵਾਸਤੇ ਸਭ ਉਚਾਰਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਹੋ ਨਾਨਕ ਭਜ ਹਰਿ ਮਨਾ, ਜਿਹ ਵਿਦ ਜਲ ਕੋ ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਬੈਰਾਗ ਤੇ ਤਿਆਗ ਦੀ ਮੂਰਤ ਨੌਵੇਂ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਆਪਣੀ ਪਾਵਨ ਰਸਨਾ ਤੋਂ ਇਸ ਪਾਵਨ ਸ਼ਲੋਕਾਂ ਦੀ ਕਿਰਪਾ ਕਰਦੇ ਨੇ। ਇਹ ਇਹੋ ਜਿਹੇ ਸ਼ਲੋਕ ਨੇ, ਸਤਿਗੁਰੂ ਦੀ ਇਹੋ ਜਿਹੀ ਬਾਣੀ ਹੈ। ਸੰਗਤ ਜਿਹੜੇ ਵੱਡੇ ਵੱਡੇ ਜਿਨ੍ਹਾਂ ਨੂੰ ਕਦੇ ਪਰਮੇਸ਼ਰ ਨਾਮ ਦੀ ਚੀਜ਼ ਯਾਦ ਹੀ ਨਹੀਂ ਸੀ, ਭਾਵ ਜਿਹੜੇ ਰੱਬ ਨੂੰ ਯਾਦ ਹੀ ਨਹੀਂ ਸੀ ਕਰਦੇ, ਜੇ ਕਦੇ ਉਹਨਾਂ ਨੂੰ ਸਤਿਗੁਰੂ ਦੀ ਇਸ ਰੱਬੀ ਬਾਣੀ ਸੁਣਨ ਦਾ ਮੌਕਾ ਮਿਲਿਆ ਤਾਂ ਸੰਗਤ ਜੋ ਵੈਰਾਗੀ ਤਿਆਗੀ ਹੋ ਗਏ। ਪੜ੍ਹਨ ਦੇ ਵਿੱਚ ਮਿਲਦਾ ਹੈ ਕਿ ਲਾਹੌਰ ਦਾ ਪ੍ਰੋਫੈਸਰ ਸਵਾਮੀ ਤੀਰਥ ਰਾਮ ਜੀ, ਜੋ ਸੰਗਤ ਜਿਹੜਾ ਪ੍ਰੋਫੈਸਰ ਕਾਲਜ ਵਿੱਚ ਹੋਵੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ ਉਹਦੀ ਦੁਨਿਆਵੀ ਪੜ੍ਹਾਈ ਕਿੰਨੀ ਹੋਵੇਗੀ। ਪੰਥ ਦੇ ਮਹਾਨ ਵਿਦਵਾਨ ਸੰਤ ਗਿਆਨੀ ਮਸਕੀਨ ਸਿੰਘ ਜੀ ਆਪਣੀ ਪੁਸਤਕ ਦੁੱਖ ਸੁੱਖ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਸੰਗਤ ਜੀ ਸਵਾਮੀ ਤੀਰਥ ਰਾਮ ਜੀ ਦੇ ਕੋਲ ਦੁਨਿਆਵੀ ਪੜ੍ਹਾਈ ਦੀਆਂ ਬਹੁਤ ਡਿਗਰੀਆਂ ਸਨ। ਚੰਗੀ ਉੱਚ ਪੱਧਰੀ ਉਹਨਾਂ ਨੇ ਪੜ੍ਹਾਈ ਕੀਤੀ ਸੀ। ਤਾਂ ਇੱਕ ਵਾਰੀ ਸੰਗਤ ਜੀ ਉਹਨਾਂ ਨੂੰ ਕਿਸੇ ਆਪਣੇ ਗੁਰਮੁਖ ਪਿਆਰੇ ਦੇ ਭੋਗ 'ਤੇ ਜਾਣ ਦਾ ਸਮਾਂ ਮਿਲਿਆ। ਜਿਸ ਵੇਲੇ ਉਹ ਭੋਗ 'ਤੇ ਗਏ ਤਾਂ ਕਿਸੇ ਗੁਰਮੁਖ ਨੇ ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਨੇ, ਚਾਹੋ ਸ੍ਰੀ ਸਹਿਜ ਪਾਠ ਸਾਹਿਬ ਹੁੰਦੇ ਨੇ, ਸਮਾਪਤੀ ਵਾਲੇ ਦਿਨ ਭੋਗ ਦੇ ਸ਼ਲੋਕ ਪੜ੍ਹ ਕੇ ਰਾਗ ਮਾਲਾ ਦੇ ਪਾਠ ਕਰਕੇ ਫਿਰ ਅਰਦਾਸ ਕੀਤੀ ਜਾਂਦੀ ਹੈ। ਇਸ ਪ੍ਰਕਾਰ ਜਿਸ ਵੇਲੇ ਸੰਗਤ ਸਵਾਮੀ ਤੀਰਥ ਰਾਮ ਜੀ ਲਾਹੌਰ ਦੇ ਪ੍ਰੋਫੈਸਰ ਨੇ ਕਿਤੇ ਆਪਣੇ ਦੋਸਤ ਦੇ ਭੋਗ 'ਤੇ ਗਏ ਤਾਂ ਉੱਥੇ ਉਹਨਾਂ ਨੂੰ ਇਹ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਸ ਬਾਣੀ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਜਿਸ ਵੇਲੇ ਉਹਨਾਂ ਦੇ ਸ਼ਰਵਨਾਂ ਦੇ ਵਿੱਚ, ਕੰਨਾਂ ਦੇ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਨੇ ਵਾਸ ਕੀਤਾ, ਪਾਵਨ ਬਾਣੀ ਸੁਣੀ, ਤਾਂ ਸੰਗਤ ਜੀ ਲਾਹੌਰ ਦੇ ਪ੍ਰੋਫੈਸਰ ਸਵਾਮੀ ਤੀਰਥ ਰਾਮ ਜੀ ਵੈਰਾਗੀ ਹੋ ਗਏ। ਅੱਠੇ ਪਹਿਰ ਵੈਰਾਗ ਦੇ ਵਿੱਚ ਰਹਿਣ ਲੱਗ ਪਏ। ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ। ਉਸ ਅਕਾਲ ਪੁਰਖ ਨੂੰ ਚੇਤੇ ਕਰਨ ਲੱਗ ਪਏ। ਧਰਮ ਦੇ ਵਿੱਚ ਰਹਿੰਦਿਆਂ ਹੋਇਆਂ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ, ਬਾਲ ਬੱਚੇ ਨੂੰ ਪਾਲਦਿਆਂ ਹੋਇਆਂ। ਇਹ ਐਸੀ ਬਾਣੀ ਹੈ, ਵਿਰਾਗ ਨੂੰ ਜਨਕ ਕਰਨ ਵਾਲੀ ਹੈ, ਵਿਰਾਗ ਨੂੰ ਪੈਦਾ ਕਰਨ ਵਾਲੀ ਹੈ। ਜੇਕਰ ਕਿਸੇ ਨੇ ਸਵਾਮੀ ਜੀ ਨੂੰ ਪੁੱਛਣਾ, ਸਵਾਮੀ ਤੀਰਥ ਰਾਮ ਜੀਆਂ ਨੂੰ, ਕਿ ਸਵਾਮੀ ਜੀ ਤੁਸੀਂ
ਇੰਨੀ ਪੜ੍ਹਾਈ ਕੀਤੀ ਹੋਈ ਹੈ, ਐਡੇ ਰੁਤਬੇ 'ਤੇ ਮਾਲਕ ਹੋ, ਤੁਸੀਂ ਹਰ ਵੇਲੇ ਅੱਖਾਂ ਦੇ ਵਿੱਚੋਂ ਵਿਰਾਗ ਰੱਖਦੇ ਹੋ, ਤੁਹਾਡਾ ਚਿਹਰਾ ਦੱਸਦਾ ਹੈ। ਤੁਹਾਨੂੰ ਇਹ ਵਿਰਾਗ ਦਾ ਜਾਗ ਕਿੱਥੋਂ ਲੱਗਿਆ? ਤੁਹਾਡੇ ਹਿਰਦੇ ਵਿੱਚ ਵਿਰਾਗ ਕਿੱਥੋਂ ਪੈਦਾ ਹੋਇਆ? ਤਾਂ ਉਸ ਵੇਲੇ ਸੰਗਤ ਸੁਆਮੀ ਤੀਰਥ ਰਾਮ ਜੀ ਨੇ ਇੱਕ ਹੀ ਗੱਲ ਕਹਿਣੀ ਕਿ ਇਸ ਦੇਸ਼ ਮਹਾਨ ਭਾਰਤ ਵਰਸ਼ ਦੇ ਉੱਪਰ ਵੈਰਾਗੀਆਂ ਦਾ ਪੰਥ ਹੈ। ਬੜੇ ਆਪਣੇ ਆਪ ਨੂੰ ਵੈਰਾਗੀ ਕਹਾਉਣ ਵਾਲੇ ਹੋਣਗੇ, ਉਹ ਸੱਤ ਹੋ ਸਕਦੇ ਨੇ, ਪਰ ਵੈਰਾਗੀ ਇੱਕ ਹੀ ਹੈ ਮੇਰੀ ਨਜ਼ਰ ਵਿੱਚ, ਉਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਉਹਨਾਂ ਦੀ ਪਾਵਨ ਬਾਣੀ ਨੇ ਮੇਰੇ ਕੰਨਾਂ ਦੇ ਵਿੱਚ ਵਾਸ ਕੀਤਾ ਹੈ, ਉਹਦੇ ਤੋਂ ਮੈਨੂੰ ਇਹ ਵਿਰਾਗ ਪੈਦਾ ਹੋ ਗਿਆ। ਤਾਂ ਇਸ ਪ੍ਰਕਾਰ ਸੰਗਤ ਜੀ ਇਹੋ ਜਿਹੀ ਬਾਣੀ ਹੈ, ਜੀਵ ਨੂੰ ਵੈਰਾਗੀ ਬਣਾਉਂਦੀ ਹੈ। ਕਿਉਂਕਿ ਵੈਰਾਗੀ ਦਾ ਨਾਮ ਉਹ ਨਹੀਂ ਕਿ ਘਰ ਨੂੰ ਤਜ ਦੇਣਾ। ਵੈਰਾਗੀ ਉਹ ਹੈ ਸੰਗਤ ਜੋ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੱਸਦੇ ਨੇ, ਹਾਲ ਸੰਦਿਆਂ ਖੈ ਲੰਦਿਆਂ ਪੈ ਨੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ, ਗ੍ਰਹਿ ਬਨ ਸੰਸਰ ਜਾ ਕੇ। ਜਿਹਨੂੰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਗ੍ਰਹਿ ਬਨ ਸੰਸਰ ਜਾ ਕੇ, ਕਿ ਗੁਰਮੁਖਾ ਤੇਰਾ ਜੀਵਨ ਇਹੋ ਜਿਹਾ ਹੋਵੇ, ਤੂੰ ਪਰਿਵਾਰ ਵਿੱਚ ਰਹਿੰਦਿਆਂ ਹੋਏ ਵੀ ਤੈਨੂੰ ਇਹ ਮਹਿਸੂਸ ਹੋਵੇ ਕਿ ਮੈਂ ਬਨ ਵਿੱਚ ਰਹਿੰਦਾ ਹਾਂ। ਭਾਵ ਕਿ ਸੰਗ ਦੀ ਪਦਾਰਥਾਂ ਦੇ ਨਾਲ ਜੁੜਨਾ ਨਹੀਂ, ਪਦਾਰਥਾਂ ਤੋਂ ਤੂੰ ਅਸੰਗ ਰਵੇਂ। ਸਰਹੁ ਵਿਚਾਰ ਸੰਗ ਦੀ ਇਹ ਬਾਣੀ ਸਤਿਗੁਰੂ ਦੀ ਸਾਰੀ ਵਿਰਾਗ ਪੈਦਾ ਕਰਨ ਵਾਲੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ, ਸੱਚੇ ਪਾਤਸ਼ਾਹ ਜੀ ਦੀ ਐਸੀ ਬਾਣੀ ਹੈ। ਅਤੇ ਸੰਗਤ ਜਿਹੜਾ ਵਿਰਾਗ ਹੈ ਫਿਰ ਮੁਕਤੀ ਦੇ ਸੇਜ ਸਾਧਨਾਂ ਵਿੱਚੋਂ ਇੱਕ ਸਾਧਨ ਵੀ ਹੈ। ਕਿਉਂਕਿ ਜਿੰਨਾ ਚਿਰ ਵੈਰਾਗ ਨਹੀਂ ਪੈਦਾ ਹੁੰਦਾ, ਉਹਨਾਂ ਚਿਰ ਜੀਵ ਪ੍ਰਮਾਤਮਾ ਦੇ ਵੱਲ ਨਹੀਂ ਦੌੜਦਾ। ਪ੍ਰਤੱਖ ਉਦਾਹਰਨਾਂ ਨੇ ਮਾਧੋ ਦਾਸ ਬਾਬਾ ਬੰਦਾ ਸਿੰਘ ਜੀਆਂ ਦੀ, ਕਿ ਉਹਨਾਂ ਨੇ ਸੰਗਤ ਜੀ ਇੱਕ ਵਾਰੀ ਹਰਨੀ ਦਾ ਸ਼ਿਕਾਰ ਕੀਤਾ। ਜਿਸ ਵੇਲੇ ਹਰਨੀ ਦੇ ਪੇਟ ਵਿੱਚ ਬੱਚੇ ਸਨ, ਜਿਸ ਵੇਲੇ ਬਾਬਾ ਮਾਧੋ ਦਾਸ ਲਛਮਣ ਦਾਸ ਜੀ ਦੇ ਨਾਮ ਵਿੱਚ ਸਨ, ਬਾਬਾ ਬੰਦਾ ਸਿੰਘ ਬਹਾਦਰ ਜੀ, ਉਹਨਾਂ ਨੇ ਆਪਣਾ ਬਾਣ ਹਰਨੀ ਦੇ ਮਾਰਿਆ ਤਾਂ ਪੇਟ ਵਿੱਚੋਂ ਗਰਭ ਵਿੱਚੋਂ ਬੱਚੇ ਤੜਫ ਕੇ ਬਾਹਰ ਨਿਕਲੇ। ਤੜਫ ਤੜਫ ਬੱਚੇ ਅੱਖਾਂ ਦੇ ਸਾਹਮਣੇ ਮਰ ਗਏ। ਬਾਬਾ ਮਾਧੋ ਦਾਸ ਵੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਉਸ ਵੇਲੇ ਆਪਣੇ ਜਿਹੜੇ ਸੂਰਮਿਆਂ ਵਾਲੇ, ਜਿਹੜੇ ਸ਼ਿਕਾਰੀਆਂ ਵਾਲੀ ਪੋਸ਼ਾਕ ਹੁੰਦੀ ਹੈ, ਭਾਵ ਤੀਰ ਕਮਾਨ ਜੋ ਸ਼ਸਤਰ ਉਹਦੇ ਕੋਲ ਸੀ, ਉਹਨੇ ਤੋੜ ਕੇ ਸੁੱਟ ਦਿੱਤੇ। ਹੱਥ ਵਿੱਚ ਮਾਲਾ ਲੈ ਕੇ ਗੋਦਾਵਰੀ ਦੇ ਕੰਢੇ 'ਤੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਿਆ। ਸਿਮਰਨ ਇੰਨਾ ਕੀਤਾ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਾ ਕੇ ਦਰਸ਼ਨ ਦਿੱਤੇ। ਭਾਵ ਕਿ ਜਿਹਦਾ ਸਿਮਰਨ ਕਰਦਾ ਸੀ ਉਹਦੀ ਪ੍ਰਾਪਤੀ ਹੋ ਗਈ। ਜੇ ਪਹਿਲਾਂ ਵੈਰਾਗ ਹੋਇਆ, ਫਿਰ ਸਤਿਗੁਰੂ ਦੇ ਦਰਸ਼ਨ ਹੋਏ। ਇਸ ਪ੍ਰਕਾਰ ਸੰਗਤ ਜਿਹੜਾ ਵੈਰਾਗ ਹੈ, ਇਹ ਸਾਰੇ ਸਾਧਨਾਂ ਦੇ ਵਿੱਚੋਂ ਮੁੱਖ ਹੈ। ਸਤਿਗੁਰੂ ਦੀ ਐਸੀ ਬਾਣੀ ਹੈ, ਇਸ ਬਾਣੀ ਨੂੰ ਸੁਣ ਕਰਕੇ ਵੱਡੇ ਵੱਡੇ ਵਿਦਵਾਨ ਲੋਕ ਵੈਰਾਗੀ ਹੋ ਜਾਂਦੇ ਨੇ। ਫਿਰ ਉਹ ਸੁਆਮੀ ਤੀਰਥ ਰਾਮ ਜੀਆਂ ਨੇ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਜਿੰਨੀ ਵੀ ਪਾਵਨ ਬਾਣੀ ਹੈ, ਸਾਰੀ ਬਾਣੀ ਦਾ ਟੀਕਾ ਕਰਵਾਇਆ। ਮਹਾਰਾਜ ਜੀਆਂ ਦੀ ਹਰ ਵੇਲੇ ਬਾਣੀ ਪੜ੍ਹਦੇ ਰਹਿੰਦੇ। ਉਹ ਐਸੀ ਬਾਣੀ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਪਾਵਨ ਰਸਨਾ ਤੋਂ ਕਿਰਪਾ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਭਾਈ ਗੁਰਸਿੱਖੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਇੱਕ ਤੋਂ ਭਾਵ ਅਦੁੱਤੀ, ਕਿ ਉਹ ਅਦੁੱਤੀ ਦਾ ਅਰਥ ਹੁੰਦਾ ਜਿਹਦੇ ਵਰਗਾ ਸੰਗਤ ਜੀ ਕੋਈ ਹੋਰ ਨਾ ਹੋਵੇ। ਕਿਉਂਕਿ ਪਰਮੇਸ਼ਰ ਵਰਗਾ ਕੋਈ ਹੋਰ ਨਹੀਂ। ਉਸ ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਇੱਕ ਓੰਕਾਰ ਅਤੇ ਸਰਬ ਦਾ ਪ੍ਰਕਾਸ਼ਕ ਹੈ। ਗੁਰਸਿੱਖਾਂ ਨੇ ਕਿਹਾ, ਮਹਾਰਾਜ ਐਸੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਸਤਿਗੁਰ ਪ੍ਰਸਾਦ, ਕਿ ਜਿਸ ਵੇਲੇ ਭਾਈ ਸਤਿਗੁਰੂ ਪ੍ਰਸਾਦ ਦਾ ਅਰਥ ਕਿਰਪਾ, ਕਿ ਮਹਾਰਾਜ ਜੀ ਕਿਰਪਾ ਕਰਦੇ ਹਨ, ਤਾਂ ਫਿਰ ਉਸ ਵੇਲੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਹਜ਼ੂਰ ਕਥਨ ਕਰਦੇ ਨੇ ਸ਼ਲੋਕ ਮਹੱਲਾ ਨੌਵਾਂ। ਸ਼ਲੋਕ ਦੇ ਅਰਥ ਸੰਗਤ ਜੀ ਬਹੁਤ ਹੀ ਨੇ। ਸਵੈ ਲੋਕ ਜੋ 4 ਪ੍ਰਕਾਰ ਦੀਆਂ ਮੁਕਤੀਆਂ ਛੋਟੀਆਂ ਮੰਨੀਆਂ ਨੇ ਵਿਦਵਾਨ ਗੁਰਮੁਖਾਂ ਨੇ, ਉਹਨਾਂ ਅੰਦਰ ਸ਼ਲੋਕ ਪਹਿਲੀ ਮੁਕਤੀ ਹੈ, ਕਿ ਜਿਹਦਾ ਕੋਈ ਜੀਵ ਅਰਾਧਨ ਕਰਦਾ ਹੋਵੇ, ਜਗਿਆਸੂ,
ਜਿਸ ਤਰ੍ਹਾਂ ਕੋਈ ਆਪਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਾਸ਼ਕ ਹਾਂ, ਸਤਿਗੁਰਾਂ ਨੂੰ ਚੇਤੇ ਕਰਦੇ ਹਾਂ, ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ ਮਿਲੇ, ਇਹਨੂੰ ਸ਼ਲੋਕ ਮੁਕਤੀ ਕਿਹਾ ਜਾਂਦਾ ਹੈ। ਜਿਵੇਂ ਆਪਾਂ ਸਾਰੇ ਗੁਰਸਿੱਖਾਂ ਨੂੰ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਜੁੜਨ ਦਾ ਸੁਭਾਗਿਆ ਸਮਾਂ ਪ੍ਰਾਪਤ ਹੋਇਆ ਹੈ, ਇਹ ਸੰਗਤ ਦੀ ਸ਼ਲੋਕ ਮੁਕਤੀ ਹੈ। ਸਵੈ ਲੋਕ ਜਿੱਥੇ ਆਪਣਾ ਇਸ਼ਟ ਦੇਵ ਦਾ ਵਾਸ ਹੋਵੇ, ਉੱਥੇ ਰਹਿਣ ਦਾ ਸਮਾਂ ਮਿਲ ਜਾਵੇ। ਭਾਵੇਂ ਪਰਮੇਸ਼ਰ ਹਰ ਜਗ੍ਹਾ 'ਤੇ ਵਿਆਪਕ ਸਰੂਪ ਹੈ, ਸਭੈ ਕਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਮਹਾਰਾਜ ਜੀ ਦੇ ਕਿੰਨੇ ਹੀ ਪ੍ਰਮਾਣ ਨੇ। ਸੋ ਇਸ ਪ੍ਰਕਾਰ ਸੰਗਤ ਦੀ ਸ਼ਲੋਕ ਕਿਹਾ ਜਾਂਦਾ ਹੈ, ਸਵੈ ਲੋਕ ਜਿੱਥੇ ਆਪਣੇ ਇਸ਼ਟ ਦੇਵ ਦਾ ਵਾਸ ਹੋਵੇ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਸ਼ਲੋਕ ਮਹੱਲਾ ਨੌਵਾਂ। ਮਹੱਲੇ ਦੇ ਅਰਥ ਆਪਾਂ ਕੱਲ੍ਹ ਸੰਖੇਪ ਮਾਤਰਾ ਵਿੱਚ ਕੀਤੇ ਸੀ, ਭਾਵ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 9ਵੀਂ ਜੋਤ, 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਦੀ ਕਥਨ ਕਿਰਪਾ ਕਰਦੇ ਨੇ। ਸਤਿਗੁਰੂ ਜੀ ਗੁਰਸਿੱਖਾਂ ਦੇ ਤਾਈਂ ਉਪਦੇਸ਼ ਬਖਸ਼ਦੇ ਨੇ ਕਿ ਹੇ ਗੁਰਸਿੱਖੋ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਿ ਜਿਨ੍ਹਾਂ ਨੇ ਭਾਈ ਮਨੁੱਖਾ ਜਨਮ ਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਗੁਣ ਗੋਬਿੰਦ ਗਾਇਓ ਨਹੀਂ। ਗੋ ਭਾਵ ਧਰਤੀ ਬਿੰਦ ਪਾਲਕ, ਜਿਹੜਾ ਧਰਤੀ ਨੂੰ ਪਾਲਣ ਵਾਲਾ ਪਰਮੇਸ਼ਰ ਹੈ, ਜਿਹੜਾ ਸਭ ਨੂੰ ਪਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਜਿਹਨੇ ਭਾਈ ਗੁਰਸਿੱਖੋ ਮਨੁੱਖਾ ਜਨਮ ਪਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਉਹਦਾ ਜਸ ਹੀ ਨਹੀਂ ਕੀਤਾ, ਸਤਿਗੁਰਾਂ ਦੇ ਗੁਣ ਹੀ ਨਹੀਂ ਗਾਏ, ਜਨਮ ਅਕਾਰਥ ਕੀ। ਉਹਨਾਂ ਨੇ ਆਪਣੇ ਮਨੁੱਖੇ ਜਨਮ ਨੂੰ ਵਿਅਰਥ ਹੀ ਗਵਾ ਲਿਆ। ਅਕਾਰਥ ਦਾ ਅਰਥ ਨਿਸਫਲ, ਕਿ ਉਹਨਾਂ ਨੇ ਆਪਣੇ ਜਨਮ ਨੂੰ ਵਿਅਰਥ ਨਿਸਫਲ ਹੀ ਗਵਾ ਲਿਆ। ਜਿਨ੍ਹਾਂ ਨੇ ਭਾਈ ਵਾਹਿਗੁਰੂ ਦਾ ਗੁਣ ਨਹੀਂ ਗਾਏ, ਜਿਨ੍ਹਾਂ ਨੇ ਸਤਿਗੁਰੂ ਦਾ ਸਿਮਰਨ ਨਹੀਂ ਕੀਤਾ। ਕਿਉਂਕਿ ਇਸ ਜਿਹੜਾ ਮਨੁੱਖਾ ਜਨਮ ਹੈ, ਇਹ ਵਾਹਿਗੁਰੂ ਦੇ ਗੁਣ ਗਾਉਣ ਵਾਸਤੇ ਪ੍ਰਾਪਤ ਹੋਇਆ ਹੈ। ਭਗਤ ਕਬੀਰ ਸਾਹਿਬ ਜੀ ਵੀ ਕਿਰਪਾ ਕਰਦੇ, ਕਹੋ ਕਬੀਰ ਰਾਮ ਕੀ ਨਾ ਸਿਮਰਿਓ, ਜਨਮ ਅਕਾਰਥ ਜਾਏ। ਕਿ ਜਿਹਨੇ ਭਾਈ ਰਾਮ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਰਾਮ ਦਾ ਭਜਨ ਨਹੀਂ ਕੀਤਾ, ਉਹਦਾ ਜਨਮ ਅਕਾਰਥ ਵਿਅਰਥ ਹੀ ਗਿਆ। ਸਤਿਗੁਰੂ ਦੇ ਰਹਿਰਾਸ ਸਾਹਿਬ ਵਿੱਚ ਵਚਨ ਵੀ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਦੀ ਤੇਰੇ 'ਤੇ ਭਾਈ ਕਿਰਪਾ ਹੋਈ, ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਅਤੇ ਹੁਣ ਤੇਰੀ ਵਾਰੀ ਹੈ ਗੋਬਿੰਦ ਵਾਹਿਗੁਰੂ ਨੂੰ ਮਿਲਣ ਵਾਸਤੇ। ਕਿਉਂਕਿ ਸੰਗਤ ਜਿਹੜਾ ਜੀਵ ਹੈ 84 ਲੱਖ ਜੂਨ ਵਿੱਚੋਂ ਭਟਕ ਕੇ ਆਇਆ ਹੈ। ਵੇਖੋ ਜਿਹੜੇ ਵੱਡੇ ਵੱਡੇ ਪਹਾੜ ਨੇ, ਉਹਨਾਂ ਦੇ ਉੱਪਰ ਕਈ ਵਾਰੀ ਲਿਖਿਆ ਵੀ ਮਿਲਦਾ ਹੈ, ਕਈ ਵਾਰੀ ਕਿਲ੍ਹਿਆਂ ਦੇ ਉੱਪਰ ਵੀ ਲਿਖਿਆ ਮਿਲਦਾ, ਇਹ ਕਿਲ੍ਹਾ ਇੰਨੇ ਸੰਨ ਵਿੱਚ ਉਸਾਰਿਆ, ਇਹ ਪਹਾੜ ਇੰਨੇ ਸਮਾਂ ਪੁਰਾਣਾ ਹੈ, ਉਹ ਪੱਥਰ ਜੂਨ ਹੈ, ਜੜ ਜੂਨ ਹੈ, ਕਿਤੇ ਮਨੁੱਖ ਦਾ ਉਹਦੇ ਵਿੱਚ ਵੀ ਵਾਸ ਹੋਵੇਗਾ। ਸਤਿਗੁਰੂ ਜੀ ਕਹਿੰਦੇ ਕਈ ਜਨਮ ਸੈਲ ਗਿਰ ਭਰਿਆ, ਸੈਲ ਨਾਮ ਪੱਥਰ ਦਾ ਹੈ। ਸਤਿਗੁਰੂ ਜੀ ਕਹਿੰਦੇ ਮਨੁੱਖ ਵੇਖ, ਤੂੰ ਕਦੇ ਪੱਥਰ ਬਣਿਆ ਸੀ, ਕਦੇ ਕੀੜਾ ਪਤੰਗਾ ਬਣਿਆ ਸੀ, ਪਰ ਅਕਾਲ ਪੁਰਖ ਨੇ ਤੇਰੇ 'ਤੇ ਤਰਸ ਖਾਧਾ, ਤੈਨੂੰ ਮਨੁੱਖਾ ਜੂਨ ਬਖਸ਼ੀ ਹੈ। ਭਲਿਆ ਹੁਣ ਤੇਰਾ ਕਰਮ ਹੈ, ਤੇਰਾ ਧਰਮ ਹੈ ਕਿ ਤੈਨੂੰ ਇਸ ਮਨੁੱਖਾ ਜਨਮ ਨੂੰ ਪਾ ਕਰਕੇ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ, ਨਹੀਂ ਇਸ ਜਨਮ ਨੂੰ ਵਿਅਰਥ ਹੀ ਨਾ ਗਵਾ। ਮਹਾਰਾਜ ਜੀ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਹੀਰੇ ਦੀ ਤਿਆਈ ਸੰਗਤ ਜੀ ਬੜਾ ਹੀ ਅਮੋਲਕ ਹੈ। ਇਹ ਜਨਮ ਨਹੀਂ ਮਿਲਦਾ। ਸਮਝਣ ਵਾਸਤੇ ਕਿਸੇ ਦਾਨੇ ਪੁਰਸ਼ਾਂ ਨੇ ਬੜਾ ਸੋਹਣੀ ਇੱਕ ਸਾਖੀ ਲਿਖੀ ਹੈ ਕਿ ਮਨੁੱਖਾ ਜਨਮ ਸੰਗਤ ਜੀ ਕਿੰਨਾ ਦੁਰਲੱਭ ਹੈ। ਕਿ ਇੱਕ ਵਾਰੀ ਕੋਈ ਮਹਾਤਮਾ ਜੀ ਕਿਸੇ ਨਗਰ ਵਿੱਚ ਪੁੱਜੇ। ਜਿਸ ਵੇਲੇ ਸੰਗਤ ਜੀ ਮਹਾਤਮਾ ਜੀ ਨਗਰ ਵਿੱਚ ਪੁੱਜੇ, ਕਿਉਂਕਿ ਸਾਧੂਆਂ ਦਾ ਕਰਮ ਹੁੰਦਾ ਹੈ, ਧਰਮ ਹੈ ਕਿ ਉਹਨਾਂ ਨੇ ਸਰਬ ਸਾਂਝਾ ਉਪਦੇਸ਼ ਦੇਣਾ, ਜੀਵਾਂ ਨੂੰ ਵਾਹਿਗੁਰੂ ਦੇ ਨਾਲ ਜੋੜਨਾ। ਅਤੇ ਜਿਸ ਵੇਲੇ ਮਹਾਤਮਾ ਜੀ ਨਗਰ ਵਿੱਚ ਪਹੁੰਚੇ ਨੇ, ਨਗਰ ਦੀਆਂ ਸੰਗਤਾਂ ਮਹਾਤਮਾ ਕੋਲ ਜਾਇਆ ਕਰਨ, ਮਹਾਤਮਾ ਜੀ ਸਿਮਰਨ ਕਰਵਾਇਆ ਕਰਨ। ਬਹੁਤ ਸਮਾਂ ਸੰਗਤ ਜੀ ਮਹਾਤਮਾ ਜੀ ਨਗਰ ਵਿੱਚ ਰਹੇ। ਅੰਤ ਨੂੰ ਉਹ ਸਮਾਂ ਆ ਗਿਆ ਕਿ ਜਿਹੜਾ ਸਮਾਂ ਸੰਗਤ ਜੀ ਨਾ ਤਾਂ ਕਿਸੇ ਪਾਪੀ ਨਾਲ, ਨਾ ਕਿਸੇ ਪੁੰਨੀ ਨਾਲ, ਨਾ ਗਿਆਨੀ ਨਾਲ, ਨਾ ਅਗਿਆਨੀ ਨਾਲ ਲਿਹਾਜ਼ ਕਰਦਾ ਹੈ। ਭਾਵ ਮਹਾਤਮਾ ਜੀ ਦਾ ਮੌਤ ਦਾ ਸਮਾਂ ਆ ਗਿਆ। ਜਿਸ ਵੇਲੇ ਮੌਤ ਦਾ ਸਮਾਂ ਆਇਆ, ਮਹਾਤਮਾ ਜੀ ਨੇ ਦੱਸ ਦਿੱਤਾ ਕਿ ਭਾਈ
ਸਾਡਾ ਜਾਣ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਸੰਗਤ ਜਿਹੜੇ ਸਾਡਾ ਸਰੀਰ ਹੈ, ਇਹਦੇ ਵਿੱਚ ਸਵਾਸਾਂ ਦੀ ਸਾਡੀ ਨਾਭੀ ਵਿੱਚ ਗੰਢ ਹੁੰਦੀ ਹੈ। ਉਹ ਮਰਨ ਤੋਂ 6 ਮਹੀਨੇ ਪਹਿਲਾਂ ਖੁੱਲ੍ਹ ਜਾਂਦੀ ਹੈ। ਜਿਹੜੇ ਅਭਿਆਸੀ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡਾ ਸਮਾਂ ਇੰਨੇ ਸਮੇਂ ਨੂੰ ਅਸੀਂ ਸੰਸਾਰ ਤੋਂ ਜਾਣਾ ਹੈ। ਸਤਿਗੁਰੂ ਦੀ ਬਾਣੀ ਦੱਸਦੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਫਲ ਪਾਵੈ। ਜੋ ਭਾਈ ਬਾਹਰੀ ਹੈ ਉਹ ਸਾਡੇ ਸਰੀਰ ਵਿੱਚ ਵੀ ਹੈ, ਪਰ ਜਿਹੜੇ ਸੰਗਤ ਜੀ ਅੰਦਰ ਵੱਲ ਵੇਖਦੇ ਨੇ ਉਹ ਵੇਖ ਲੈਂਦੇ ਨੇ ਕਿ ਸਾਡੇ ਸਰੀਰ ਦੀ ਸਵਾਸਾਂ ਦੀ ਗੰਢ ਖੁੱਲ੍ਹ ਗਈ। ਜਿਨ੍ਹਾਂ ਦਾ ਧਿਆਨ ਹੀ ਸੰਗਤ ਜੀ ਬਾਹਰ ਸੰਸਾਰ ਦੇ ਪਦਾਰਥਾਂ ਵੱਲ ਹੈ, ਜਿਨ੍ਹਾਂ ਨੇ ਕਦੇ ਆਪਣੇ ਸਰੀਰ ਵੱਲ ਹੀ ਨਹੀਂ ਵੇਖਿਆ, ਉਹਨਾਂ ਨੇ ਅੰਦਰ ਵੱਲ ਕੀ ਵੇਖਣਾ ਹੈ। ਇਸ ਪ੍ਰਕਾਰ ਜਿਹੜੇ ਭਾਈ ਮਹਾਤਮਾ ਸਿਮਰਨ ਕਰਨ ਵਾਲੇ ਨੇ, ਜਿਹੜੇ ਆਪਣੇ ਅੰਦਰ ਨੂੰ ਖੋਜਣ ਵਾਲੇ ਨੇ, ਇਸੇ ਪ੍ਰਕਾਰ ਇਹ ਮਹਾਤਮਾ ਜੀ ਨੇ ਜਿਸ ਵੇਲੇ ਸੰਗਤਾਂ ਨੂੰ ਦੱਸਿਆ, ਰਹੋ ਵਿਚਾਰ ਕਿ ਸੰਗਤੀ ਸਾਡਾ ਸਮਾਂ ਆ ਗਿਆ, ਅਸੀਂ ਸੰਸਾਰ ਤੋਂ ਚਲੇ ਜਾਣਾ, ਤਾਂ ਜਿਹੜੀਆਂ ਸੰਗਤਾਂ ਮਹਾਤਮਾ ਦੇ ਸ਼ਰਧਾਲੂ ਸਨ, ਵਿਰਾਗ ਕਰਨ ਲੱਗ ਪਏ। ਕੁਝ ਵਿੱਚੋਂ ਗੁਰੂ ਜਗਿਆਸੂਆਂ ਨੇ ਉੱਠ ਕੇ ਕਿਹਾ ਕਿ ਮਹਾਤਮਾ ਜੀ, ਤੁਸੀਂ ਸਾਰੀ ਉਮਰ ਪਰਮੇਸ਼ਰ ਦੀ ਭਗਤੀ ਕੀਤੀ, ਪਰਮਾਤਮਾ ਨੂੰ ਅਰਾਧਿਆ, ਕੋਈ ਸਾਨੂੰ ਆਪਣੀ ਜ਼ਿੰਦਗੀ ਦਾ ਤੱਤ ਸਾਰ ਸਿਧਾਂਤ ਬਖਸ਼ ਕਰਕੇ ਜਾਓ, ਸਾਡੀ ਝੋਲੀ ਵਿੱਚ ਕੋਈ ਕੀਮਤੀ ਦੁਰਲੱਭ ਬਚਨ ਪਾਓ। ਤਾਂ ਉਸ ਵੇਲੇ ਸੰਗਤ ਮਹਾਤਮਾ ਜੀ ਉਪਦੇਸ਼ ਦੇਣ ਵਾਸਤੇ ਉਹਨਾਂ ਨੇ ਇੱਕ ਕੌਤਕ ਕੀਤਾ। ਕਹਿਣ ਲੱਗੇ, ਭਾਈ ਸਾਡੇ ਕੋਲ ਸਵਾਸ ਬੜੇ ਥੋੜ੍ਹੇ ਨੇ, ਜੇਕਰ ਤੁਸੀਂ ਸਾਥੋਂ ਕੋਈ ਅਮੋਲਕ ਬਚਨ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਥੋੜ੍ਹੇ ਸਵਾਸ ਲਿਆ ਕੇ ਦੇਵੋ। ਸੰਗਤ ਦੀ ਪੁਰਾਤਨ ਸਮਿਆਂ ਦੀ ਗਾਥਾ ਹੈ, ਪਰ ਸਮਝਣ ਵਾਸਤੇ ਹੈ, ਸਾਖੀ ਹੈ। ਤਾਂ ਲੋਕ ਸੰਗਤ ਜੀ ਅੱਡੋ ਅੱਡ, ਕੋਈ ਕਿਸੇ ਦੁਕਾਨ 'ਤੇ ਜਾਵੇ ਧਨ ਪਦਾਰਥ ਲੈ ਕੇ, ਕੋਈ ਬਾਜ਼ਾਰਾਂ ਵਿੱਚ ਜਾਵੇ, ਕੋਈ ਕਿਤੇ ਜਾਵੇ ਸਵਾਸ ਖਰੀਦਣ ਵਾਸਤੇ, ਪਰ ਸਵਾਸ ਤੇ ਅਕਾਲ ਪੁਰਖ ਵਾਹਿਗੁਰੂ ਨੇ ਦੇਣੇ ਨੇ, ਉਹ ਤੋਂ ਬਿਨਾਂ ਕੋਈ ਸਵਾਸ ਨਹੀਂ ਦੇ ਸਕਦਾ। ਜਿਸ ਵੇਲੇ ਸੰਗਤ ਸਾਰੇ ਘੁੰਮ ਫਿਰ ਕੇ ਆਏ, ਸਭ ਤੋਂ ਜਵਾਬ ਮਿਲ ਗਏ, ਭਾਈ ਸਵਾਸ ਦੁਕਾਨਾਂ ਤੋਂ ਨਹੀਂ ਮਿਲਦੇ, ਬਾਜ਼ਾਰਾਂ ਦੇ ਵਿੱਚੋਂ ਪਦਾਰਥ ਮਿਲਦੇ ਨੇ, ਸਵਾਸ ਤੇ ਅਕਾਲ ਪੁਰਖ ਦਿੰਦਾ ਹੈ। ਜਿਸ ਵੇਲੇ ਸੰਗਤ ਸ਼ਾਮ ਨੂੰ ਮਹਾਤਮਾ ਕੋਲ ਪਹੁੰਚੇ, ਸਾਰਿਆਂ ਨੇ ਇੱਕੋ ਹੀ ਗੱਲ ਕਹੀ ਕਿ ਮਹਾਤਮਾ ਜੀ ਸਵਾਸ ਕਿਦੋਂ ਨਹੀਂ ਮਿਲਦੇ, ਸਵਾਸ ਤੇ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ। ਤਾਂ ਫਿਰ ਸੰਗਤ ਜੀ ਮਹਾਤਮਾ ਕਹਿਣ ਲੱਗੇ, ਭਾਈ ਜਿਹੜੀ ਵਸਤੂ ਇੰਨੀ ਦੁਰਲੱਭ ਹੈ, ਜਿਹੜੀ ਇੰਨੀ ਕੀਮਤੀ ਹੈ, ਤੁਸੀਂ ਉਹਨੂੰ ਵਿਅਰਥ ਕਿਉਂ ਗਵਾ ਰਹੇ ਹੋ। ਫਿਰ ਐਸੇ ਜਿਹੜੀ ਦੁਰਲੱਭ ਵਸਤੂ ਤੋਂ, ਕੀਮਤੀ ਵਸਤੂ ਤੋਂ ਤੁਸੀਂ ਪੂਰਾ ਲਾਭ ਉਠਾਓ ਕਿ ਜਿਹੜੇ ਸਵਾਸ ਨੇ, ਇੱਕ ਇੱਕ ਸਵਾਸ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਭਜਨ ਕਰੋ, ਆਪਣੇ ਜਨਮ ਨੂੰ ਸਫਲ ਕਰੋ। ਤਾਂ ਸੰਗਤ ਇਸ ਪ੍ਰਕਾਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਕਿਰਪਾ ਕਰਦੇ ਨੇ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਿ ਜਿਨ੍ਹਾਂ ਨੇ ਭਾਈ ਮਨੁੱਖਾ ਜਨਮ ਪਾ ਕਰਕੇ ਵਾਹਿਗੁਰੂ ਪਰਮਾਤਮਾ ਦਾ ਗੁਣ ਨਹੀਂ ਗਾਏ, ਉਹਨਾਂ ਨੇ ਆਪਣੇ ਇਸ ਮਨੁੱਖੀ ਜਨਮ ਨੂੰ ਵਿਅਰਥ ਹੀ ਗਵਾ ਲਿਆ ਹੈ। ਅੱਗੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਕਹੋ ਨਾਨਕ ਭਜ ਹਰ ਮਨਾ, ਜਿਹ ਵਿਦ ਜਲ ਕੋ ਮੀਨ। ਸਤਿਗੁਰੂ ਸਾਹਿਬ ਜੀ ਕਹੋ ਭਾਵ ਕਥਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਜੋਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਕਹੋ ਨਾਨਕ ਹਰ ਭਜ ਮਨਾ, ਕਿਹੇ ਮਨਾ ਹਰੀ ਵਾਹਿਗੁਰੂ ਦਾ ਭਜ ਦਾ ਅਰਥ ਹੈ ਭਜਨ ਕਰ। ਸਤਿਗੁਰੂ ਜੀ ਉਦਾਹਰਨ ਦਿੰਦੇ ਨੇ, ਜਿਹ ਬਿਦ ਜਲ ਕੋ ਮੀਨ, ਕਿ ਜਿਵੇਂ ਸੰਗਤ ਜੀ ਮੀਨ ਦਾ ਭਾਵ ਮੱਛੀ ਹੈ, ਕਿ ਜਿਸ ਪ੍ਰਕਾਰ ਮੱਛੀ ਦਾ ਜਲ ਦਾ ਅਰਥ ਹੈ ਪਾਣੀ, ਕਿ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਬੜਾ ਸਨੇਹ ਹੁੰਦਾ ਹੈ, ਬੜਾ ਪਿਆਰ ਹੁੰਦਾ ਹੈ, ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਪ੍ਰਕਾਰ ਗੁਰਸਿੱਖਾ ਤੂੰ ਵੀ ਆਪਣੇ ਜੀਵਨ ਦਾ ਲਕਸ਼ ਬਣਾ ਲੈ ਕਿ ਮੇਰਾ ਜਿਹੜਾ ਜੀਵਨ ਹੈ ਉਹ ਪਰਮਾਤਮਾ ਦਾ ਭਜਨ ਹੈ, ਮੈਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ ਜਿਉ ਸਕਦਾ। ਧੰਨ ਗੁਰੂ ਤੇਗ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲਾ, ਆਖਾਂ ਜੀਵਾ ਬਿਸਰੈ ਮਰ ਜਾਓ, ਕਿ ਜਿਸ ਵੇਲੇ ਮੈਂ ਵਾਹਿਗੁਰੂ ਦਾ ਨਾਮ ਕਹਿਣਾ ਹਾਂ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੇ ਗੁਰਸਿੱਖੋ, ਜਿਸ ਵੇਲੇ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚੇਤੇ ਕਰਦੇ ਹਾਂ, ਵਾਹਿਗੁਰੂ ਦਾ ਨਾਮ ਨੂੰ ਅਰਾਧਦੇ ਹਾਂ, ਅਸੀਂ ਵਾਸਤਵ ਦੇ ਵਿੱਚ ਉਸ ਵੇਲੇ ਹੀ ਜਿਉਂਦੇ ਹਾਂ। ਜਿਸ ਵੇਲੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਿਸਰ ਜਾਂਦਾ ਹੈ, ਉਸ ਵੇਲੇ ਸਾਡੀ ਅਧਿਆਤਮਿਕ ਤੌਰ 'ਤੇ ਮੌਤ ਹੋ ਜਾਂਦੀ ਹੈ, ਮ੍ਰਿਤੂ ਹੋ ਜਾਂਦੀ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸੰਗਤ ਜੀ ਕਿਰਪਾ ਕਰਦੇ ਨੇ, ਕਹੋ ਨਾਨਕ ਭਜ ਹਰ ਮਨਾ, ਜਿਹ ਬਿਦ ਜਲ ਕੋ ਮੀਨ। ਜਿਵੇਂ ਭਾਈ ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੁੰਦਾ ਹੈ, ਭਗਤ ਕਬੀਰ ਸਾਹਿਬ ਜੀ ਸੰਗਤ ਜੀ ਪਾਣੀ ਦੀ ਅਤੇ ਮੱਛੀ ਦੀ
ਜਿਹੜਾ ਪ੍ਰੇਮ ਸਨੇਹ ਬੜਾ ਆਪਣੇ ਭਾਵ ਅੰਦਰ ਦੱਸਦੇ ਨੇ ਕਿ ਜਿਸ ਵੇਲੇ ਸੰਗ ਸ਼ਿਕਾਰੀ ਮੱਛੀ ਨੂੰ ਫੜ ਲੈਂਦੇ ਨੇ, ਇੰਨਾ ਮੱਛੀ ਦਾ ਪਾਣੀ ਨਾਲ ਪ੍ਰੇਮ ਹੁੰਦਾ ਹੈ ਕਿ ਭਗਤ ਜੀ ਕਹਿੰਦੇ ਕਿ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ, ਕਿ ਭਾਵੇਂ ਸ਼ਿਕਾਰੀ ਫੜ ਕੇ ਉਹਨੂੰ ਮਾਰ ਕੇ ਖੰਡ ਦਾ ਭਾਵ ਟੁਕੜੇ ਟੁਕੜੇ ਕਰਕੇ ਖਾ ਲਵੇ, ਛੋਟੇ ਛੋਟੇ ਪੀਸ ਬਣਾ ਕੇ, ਪਰ ਜਿਸ ਵੇਲੇ ਸੰਗਤ ਜੀ ਮੱਛੀ ਨੂੰ ਖਾਣ ਵਾਲਾ ਮੱਛੀ ਨੂੰ ਖਾਂਦਾ ਹੈ ਮਾਰ ਕੇ ਰਿੰਨ ਕੇ, ਤਾਂ ਉਹਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ। ਭਗਤ ਜੀ ਕਹਿੰਦੇ ਮੱਛੀ ਮਰ ਕੇ ਵੀ ਪਾਣੀ ਦੇ ਨਾਲ ਸਨੇਹ ਨਹੀਂ ਤਿਆਗਦੀ। ਇਸ ਪ੍ਰਕਾਰ ਗੁਰਸਿੱਖਾ ਤੂੰ ਆਪਣਾ ਜੀਵਨ ਤੇਰਾ ਸਮਾਪਤ ਹੋ ਜਾਵੇ ਪਰ ਸਤਿਗੁਰਾਂ ਦੇ ਨਾਲ ਸਨੇਹ ਨਾ ਛੱਡੀ। ਭਾਈ ਗੁਰਦਾਸ ਸਾਹਿਬ ਜੀ ਵੀ ਆਪਣੀਆਂ ਵਾਰਾਂ ਵਿੱਚ ਦੱਸ, ਜੋ ਮਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੈ, ਬੂੰਦ ਬਿਹੂਨਾ ਚਾਤਰ ਕਿਉਂ ਕਰ ਤ੍ਰਿਖਾ ਬੁਝਾਵੈ, ਨਾਦ ਕੁਰੰਕ ਹੈ ਵਿਦਿਆ ਸਨਮੁਖ ਢਤਾਵੈ, ਪਾਵਰ ਲੋਭੀ ਕੁਸਮ ਵਾਸ ਕਾ ਮਿਲ ਆ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਭਗਤੀ ਜੀ ਨੇ ਸੰਗਤ ਜੀ ਇਹ ਸਾਰੇ ਕਵਿੱਤ ਵਿੱਚ ਉਹਨਾਂ ਜੀਵਾਂ ਦੀ ਉਦਾਹਰਨ ਦਿੱਤੀ ਹੈ ਜਿਨ੍ਹਾਂ ਦਾ ਭਾਈ ਕਿਸੇ ਨਾਲ ਸਨੇਹ ਹੈ, ਜਿਵੇਂ ਮੱਛੀ ਦਾ ਪਾਣੀ ਦੇ ਨਾਲ ਸਨੇਹ ਹੈ। ਇਸ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਇਸ ਪ੍ਰਕਾਰ ਜਿਹੜੇ ਸੰਤ ਨੇ, ਜਿਹੜੇ ਗੁਰਸਿੱਖ ਨਾਮ ਜਪਣ ਵਾਲੇ ਨੇ, ਉਹਨਾਂ ਦਾ ਵੀ ਪਰਮੇਸ਼ਰ ਦੇ ਨਾਲ ਇੰਨਾ ਪ੍ਰੇਮ ਹੈ। ਪਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਗੁਰਸਿੱਖਾ ਤੂੰ ਆਪਣੇ ਜੀਵਨ ਬਾਣੀ ਨੂੰ ਸਮਝ, ਆਪਣਾ ਜੀਵਨ ਪਰਮੇਸ਼ਰ ਦੇ ਨਾਮ ਨੂੰ ਹੀ ਸਮਝ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜਿਸ ਵੇਲੇ ਮੈਂ ਪਰਮੇਸ਼ਰ ਦੇ ਨਾਮ ਨੂੰ ਆਰਾਧਦਾ ਮੇਰਾ ਜੀਵਨ ਉਹੀ ਹੈ, ਨਹੀਂ ਤਾਂ ਮੈਂ ਮੁਰਦਿਆਂ ਦੇ ਸਮਾਨ ਹਾਂ। ਅੱਗੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਵੇਖਿਆ ਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਸਤਿਗੁਰੂ ਜੀ ਕਹਿੰਦੇ ਹੈ ਭਾਈ ਮਨੁੱਖ ਤੂੰ ਮਨੁੱਖਾ ਜੀਵਨ ਨੂੰ ਪਾ ਕਰਕੇ ਫਿਰ ਸੰਗਤ ਜੀ ਕੀ ਹੋਇਆ? ਸਤਿਗੁਰੂ ਜੀ ਕਹਿੰਦੇ ਵੇਖਿਆ ਨ ਸਿਉ ਰਚਿਆ, ਵਿਕਾਰਾਂ ਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਰਚ ਗਿਆ। ਵੇਖਿਆ ਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਨਿਮਖ ਤੋਂ ਭਾਵ ਸ਼ਨ ਮਾਤਰ ਵੀ ਸਤਿਗੁਰੂ ਜੀ ਕਹਿੰਦੇ ਕਿਤੇ ਉਦਾਸ ਤੋਂ ਉਪਰਾਮ ਨਹੀਂ ਹੋਇਆ, ਹਰ ਵੇਲੇ ਵਿਕਾਰਾਂ ਦੇ ਵਿੱਚ ਲੱਗਿਆ ਰਹਿੰਦਾ ਹੈ। ਇਕੱਲੇ ਸੰਗਤ ਜੀ ਕਾਮ ਦਾ ਨਾਮ ਹੀ ਵਿਸ਼ੇ ਨਹੀਂ, ਵਿਕਾਰ ਨਹੀਂ। ਕਈਆਂ ਨੂੰ ਨਿੰਦਿਆ ਚੁਗਲੀ ਸੁਣਨ ਦੀ ਆਦਤ ਹੈ। ਸ਼ਬਦ ਸਪਰਸ ਰਸ ਰੂਪ ਗੰਧ ਦੇ 5 ਪ੍ਰਕਾਰ ਦੇ ਵਿਕਾਰ ਮੰਨੇ ਨੇ। ਕਿਸੇ ਨੂੰ ਕੁਝ ਵੇਖਣ ਦਾ ਹੀ ਬੜਾ ਚਸਕਾ ਹੁੰਦਾ ਹੈ, ਕਿਸੇ ਨੂੰ ਕੋਈ ਸੁਣਨ ਦਾ ਨਿੰਦਿਆ, ਕਿਸੇ ਨੂੰ ਨਿੰਦਿਆ ਕਰਨ ਦਾ ਜੀਵ ਦਾ ਚਸਕਾ, ਕਿਸੇ ਨੂੰ ਸੁਗੰਧੀ ਦਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ 5 ਪ੍ਰਕਾਰ ਦੇ ਜਿਹੜੇ ਸ਼ਬਦ ਸਪਰਸ ਰਸ ਰੂਪ ਗੰਧ ਹੈ, ਹਰ ਵੇਲੇ ਇਹਨਾਂ ਦੇ ਵਿੱਚ ਲੱਗਿਆ ਰਿਹਾ, ਕਦੇ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਕੀਤਾ। ਵੇਖਿਆ ਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਦਾਸ। ਨਿਮਖ ਮਾਤਰਾ ਵੀ ਸਤਿਗੁਰੂ ਜੀ ਕਹਿੰਦੇ ਉਦਾਸ ਨਹੀਂ ਹੋਇਆ। ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ। ਸਤਿਗੁਰੂ ਜੀ ਕਹਿੰਦੇ ਹੈ ਪਿਆਰਿਆ ਤੂੰ ਕਹੋ ਨਾਨਕ ਭਜ ਹਰ ਮਨਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹਰੀ ਵਾਹਿਗੁਰੂ ਦਾ ਭਜਨ ਕਰ ਪਰੈ ਨ ਜਮ ਕੀ ਫਾਸ, ਫਿਰ ਤੂੰ ਜਮਾਂ ਦੀ ਫਾਸੀ ਨਹੀਂ ਪਵੇਗਾ। ਕਿਉਂਕਿ ਇਸ ਜਿਹੜੇ ਵਿਕਾਰ ਨੇ ਇਹ ਜਮਾਂ ਦੇ ਘਰ ਲਿਜਾਣ ਵਾਲੀ ਨੇ। ਕਿਸੇ ਮਹਾਂਪੁਰਸ਼ ਨੇ ਬੜੇ ਸੋਹਣੇ ਬਚਨ ਲਿਖੇ ਨੇ ਕਿ ਰਾਮ ਦਾ ਭਜਨ ਨਹੀਂ ਜਿਨ੍ਹਾਂ ਨੇ ਕੀਤਾ ਉਹ ਸੰਗਤ ਜੀ ਫਿਰ ਵਿਕਾਰਾਂ ਦੇ ਅਧੀਨ ਹੋ ਕਰਕੇ ਜਮਾਂ ਨੂੰ ਚਲੇ ਜਾਂਦੇ ਨੇ। ਮਹਾਂਪੁਰਖਾਂ ਦੇ ਬਚਨ ਨੇ, ਰੇ ਮਨ ਚੰਚਲ ਤੂੰ ਸਦਾ ਭਜਿਓ ਨਾ ਹਰਿ ਕੋ ਦਾਸ। ਕਿਹੇ ਮਨਾ ਤੂੰ ਚੰਚਲ ਦਾ ਅਰਥ ਚਲਾਏ ਮਨ, ਕਿ ਸਦਾ ਹੀ ਕਿਤੇ ਟਿਕੇ ਨਹੀਂ ਮਨ ਨੂੰ। ਕਹਿੰਦੇ ਰੇ ਮਨ ਚੰਚਲ ਤੂੰ ਸਦਾ ਭਜਿਓ ਨਾ ਹਰਿ ਕੋ ਦਾਸ। ਵੇਖਿਆ ਨ ਸਿਉ ਰਚਿਓ ਜੈ ਹੈ ਜਮ ਕੇ ਧਾਮ। ਕਿ ਜਿਹੜੇ ਵਿਕਾਰਾਂ ਦੇ ਵਿੱਚ ਤੂੰ ਲੱਗਿਆ ਰਿਹਾ ਇਹ ਜਮਾਂ ਦੇ ਧਾਮ ਨੇ, ਜਮਾਂ ਦੇ ਘਰ ਨੇ। ਇੱਥੇ ਸਤਿਗੁਰੂ ਜੀ ਵੀ ਕਿਰਪਾ ਕਰਦੇ ਨੇ। ਵੇਖਿਆ ਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਭਾਈ ਤੂੰ ਨਿਮਖ ਮਾਤਰ ਵੀ ਉਦਾਸ ਨਹੀਂ ਹੋਇਆ, ਹਮੇਸ਼ਾ ਵਿਕਾਰਾਂ ਦੇ ਵਿੱਚ ਹੀ ਲੱਗਿਆ ਰਿਹਾ। ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ। ਸਤਿਗੁਰੂ ਜੀ ਕਹਿੰਦੇ ਜੇਕਰ ਤੂੰ ਪਰਮਾਤਮਾ ਦਾ ਭਜਨ ਕਰੇਗਾ ਫਿਰ ਤੈਨੂੰ ਭਾਈ ਜਮਾਂ ਦੀ ਫਾਸੀ ਨਹੀਂ ਪਵੇਗੀ, ਫਿਰ ਤੂੰ ਜਮਾਂ ਦੀ ਫਾਸੀ ਤੋਂ ਮੁਕਤ ਹੋ ਜਾਵੇਂਗਾ। ਰੋਜ਼ ਹੀ ਸੰਗਤ ਜੀ ਪਰ ਰਹਿਰਾਸ ਸਾਹਿਬ ਦੇ ਅੰਦਰ ਬਚਨ ਪੜ੍ਹਦੇ ਸੁਣਦੇ ਹਾਂ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤੈਨ ਟੂਟੀ ਜਮ ਕੀ ਫਾਸੀ। ਕਿ ਜਿਨ੍ਹਾਂ ਨੇ ਭਾਈ ਵਾਹਿਗੁਰੂ ਨੂੰ ਧਿਆਇਆ ਉਹ ਮੁਕਤ ਹੋ ਗਏ।
ਉਹਨਾਂ ਦੀ ਜਮਾਂ ਦੀ ਫਾਂਸੀ ਟੁੱਟ ਗਈ। ਉਹ ਜਮਾਂ ਦੀ ਮਾਰ ਤੋਂ ਸੰਗਤ ਜੀ ਬਚ ਗਏ। ਸਤਿਗੁਰੂ ਸਾਹਿਬ ਜੀ ਵੀ ਕਹਿੰਦੇ ਭਾਈ ਜਿਹੜੇ ਇਹ ਵਿਕਾਰ ਨੇ ਸੰਗਤ ਜੀ, ਜਮਾਂ ਦੀ ਫਾਂਸੀ ਤੇ ਸੱਚੇ ਪਾਤਸ਼ਾਹ ਜੀ ਦੇ ਬਚਨ ਇਹ ਤਾਂ ਪੈਣੀ ਹੈ, ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਕਈ ਵਾਰੀ ਦੁੱਖਾਂ ਦੀ ਫਾਂਸੀ ਵੀ ਪੈ ਜਾਂਦੀ ਹੈ। ਤੁਸੀਂ ਆਪ ਹੀ ਵੇਖ ਲਓ, ਸਾਰੇ ਪੜ੍ਹੇ ਲਿਖੇ ਗੁਰਸਿੱਖ ਬੈਠੇ ਹੋ, ਸਭ ਨੂੰ ਅਗਿਆਤ ਹੈ ਕਿ ਜਿਹੜੇ ਸੰਗਤ ਜੀ ਇਹੋ ਜਿਹੇ ਵਿਕਾਰਾਂ ਵਿੱਚ ਰਹਿਣ ਵਾਲੇ ਨੇ, ਉਹਨਾਂ ਦੇ ਜੀਵਨ ਵੱਲ ਵੇਖ ਲਓ, ਵੱਡੀਆਂ ਬਿਮਾਰੀਆਂ ਆ ਕੇ ਚੁੰਬੜ ਜਾਂਦੀਆਂ ਨੇ। ਦੱਸ ਵੀ ਨਹੀਂ ਸਕਦੇ ਕਿ ਬਿਮਾਰੀ ਦਾ ਕਾਰਨ ਕੀ ਬਣਿਆ ਹੈ, ਮਨ ਵਿੱਚ ਇੰਨੀ ਸੰਗ ਪੈਦਾ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਦੇ ਇਤਿਹਾਸ ਵਿੱਚ ਵੀ ਸੰਗਤ ਜੀ ਬਚਨ ਆਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਸੰਸਾਰ ਦੇ ਦੁੱਖਾਂ ਨੂੰ ਹਰਨ ਵਾਲੇ ਸਤਿਗੁਰੂ ਸੰਸਾਰ ਵਿੱਚ ਵਿਚਰ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀਪਾਲਪੁਰ ਦੀ ਧਰਤੀ 'ਤੇ ਪਹੁੰਚੇ ਨੇ। ਉੱਥੇ ਸੰਗਤ ਜੀ ਪ੍ਰੇਮੇ ਕੋੜੀ ਨਾਮ ਦਾ ਇੱਕ ਵਿਅਕਤੀ ਸੀ, ਜਿਹਦੇ ਸਰੀਰ 'ਤੇ ਮਹਾਨ ਭਿਆਨਕ ਬਿਮਾਰੀ ਚੱਲੀ ਸੀ ਵਿਕਾਰਾਂ ਦੇ ਨਾਲ। ਇੰਨੀ ਬਿਮਾਰੀ ਪੈਦਾ ਭਿਆਨਕ ਹੋਈ ਸੀ ਕਿ ਨਗਰ ਵਾਲਿਆਂ ਨੂੰ ਸੰਗਤ ਜੀ ਇਹ ਗੱਲ ਮਤਾ ਪਾਉਣਾ ਪਿਆ ਕਿ ਇਹਨੂੰ ਛੂਤ ਦੀ ਐਸੀ ਭਿਆਨਕ ਵਿਕਾਰਾਂ ਦੇ ਨਾਲ ਬਿਮਾਰੀ ਪੈਦਾ ਹੋ ਗਈ, ਇਹਨੇ ਸਾਰੇ ਨਗਰ ਨੂੰ ਬਿਮਾਰੀ ਦੇ ਅਧੀਨ ਕਰ ਦੇਣਾ ਹੈ, ਇਹਨੂੰ ਵਾਰ-ਵਾਰ ਨਗਰ ਤੋਂ ਛੱਡਿਆਓ। ਤਾਂ ਉਸ ਵੇਲੇ ਸੰਗਤ ਜਿਸ ਵੇਲੇ ਪ੍ਰੇਮਾ ਕੋੜੀ ਨਾਲੇ ਆਪਣੇ ਕੀਤੇ ਹੋਏ ਨੂੰ ਯਾਦ ਕਰਦਾ ਹੈ, ਨਾਲੇ ਉਹਨਾਂ ਸਮਿਆਂ ਨੂੰ ਯਾਦ ਕਰਦਾ ਜਿਸ ਵੇਲੇ ਕੋਈ ਮਹਾਤਮਾ ਸਾਧੂ ਜਨ ਚੰਗੇ ਪੁਰਸ਼ ਕਹਿੰਦੇ ਸਨ, ਪ੍ਰੇਮਿਆ ਤੇਰੇ ਵਾਸਤੇ ਇਹ ਗੱਲਾਂ ਠੀਕ ਨਹੀਂ। ਉਸ ਵੇਲੇ ਸੰਗਤ ਜੀ ਉਹਨੂੰ ਮਾੜੀਆਂ ਲੱਗਦੀਆਂ ਸਨ। ਜਿਸ ਵੇਲੇ ਸਰੀਰ ਦੇ ਉੱਪਰ ਭਿਆਨਕ ਬਿਮਾਰੀ ਨੇ ਆ ਕੇ ਵਾਸ ਕਰ ਲਿਆ, ਸਰੀਰ ਕੋੜੀ ਹੋ ਗਿਆ, ਨਾਲੇ ਪ੍ਰੇਮਾ ਉੱਚੀ ਰੋਂਦਾ ਹੈ, ਨਾਲੇ ਸਮੇਂ ਨੂੰ ਯਾਦ ਕਰਦਾ। ਫਿਰ ਦੀਨ ਦੁਖੀਆਂ ਦੇ ਦਾਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਜੀ ਕਿਰਪਾ ਕੀਤੀ, ਪ੍ਰੇਮੇ ਨੂੰ ਉਪਦੇਸ਼ ਬਖਸ਼ਿਆ। ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਧਨਾਸਰੀ ਮਹੱਲਾ ਪੰਜਵਾਂ, ਜਿਉ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਰਲਾਏ। ਭਾਈ ਜੀ ਨੂੰ ਸਤਿਗੁਰਾਂ ਦੀ ਬਾਣੀ ਵਿਸਰ ਜਾਂਦੀ, ਉਹਦੀ ਹਾਲਾਤ ਇਸ ਕੋੜੀ ਵਰਗੀ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਸੰਗਤ ਜਿਹੜੇ ਵਿਕਾਰ ਨੇ ਇਹ ਵਾਰੀ ਵੀ ਸਰੀਰ 'ਤੇ ਪੂਰਾ ਆਸਰ ਕਰਦੇ ਨੇ। ਮਹਾਰਾਜ ਦੇ ਵਚਨ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਟਾਲੈ। ਭਾਈ ਕਾਮ ਤੇ ਕ੍ਰੋਧ ਐਸੇ ਸਤਿਗੁਰੂ ਕਹਿੰਦੇ ਵਿਕਾਰ ਨੇ, ਇਹ ਸਰੀਰ ਨੂੰ ਨਾਸ ਕਰਕੇ ਸੁਆਹ ਕਰ ਦਿੰਦੇ ਨੇ, ਸਰੀਰ ਦਾ ਬਹੁਤ ਹੀ ਨੁਕਸਾਨ ਕਰਦੇ। ਮਹਾਰਾਜ ਜੀ ਕਹਿੰਦੇ ਵੇਖੋ ਸੰਗਤ ਜਿਹੜੇ ਮਨੁੱਖ ਦਾ ਇਹ ਦੋਨਾਂ ਦੇ ਅਧੀਨ ਹੋਵੇ, ਕਾਮ ਤੇ ਕ੍ਰੋਧ ਦੇ, ਉਹਦਾ ਚਿਹਰਾ ਆਪਣੇ ਆਪ ਦੱਸ ਦਿੰਦਾ ਹੈ, ਚਿਹਰੇ ਤੋਂ ਸਵੱਪਣ ਚਲੀ ਜਾਂਦੀ ਹੈ। ਸਰੋਹ ਵਿਚਾਰ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵੀ ਬਚਨ ਨੇ ਕਿ ਹੇ ਕਾਮੰ ਨਰਕ ਵਿਸ਼ਰਾਮੰ ਬਹੁਜੋਨੀ ਪਰਮਾਵਨੈ। ਕੱਲੇ ਸੰਗਤ ਜੀ ਇਸ ਵਿਕਾਰ ਨੂੰ ਕਿਹਾ ਹੈ ਕਿ ਇਹ ਐਸਾ ਵਿਕਾਰ ਹੈ, ਇਹ ਸੰਗਤ ਜੂਨਾਂ ਦੇ ਵਿੱਚ ਲਿਆਉਂਦਾ ਹੈ। ਕਾਮ ਤੋਂ ਅੱਗੇ ਲੋਭ ਮੋਹ ਹੰਕਾਰ ਪੈਦਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੇ ਗੁਰਸਿੱਖਾ, ਤੂੰ ਇਸ ਮਨੁੱਖੀ ਜੀਵਨ ਨੂੰ ਪਾ ਕਰਕੇ ਹੇ ਪ੍ਰਭੂ ਦੇ ਪਿਆਰਿਓ ਕਿਉਂ ਵਿਕਾਰਾਂ ਦੇ ਵਿੱਚ ਲੱਗੇ ਪਏ ਹੋ, ਕਿਉਂ ਆਪਣੇ ਮਨੁੱਖੀ ਸੋਹਣੇ ਜੀਵਨ ਨੂੰ ਵਿਅਰਥ ਗਵਾ ਰਹੇ ਹੋ, ਕਿਉਂ ਚੰਦਨ ਦੇ ਬਾਗ ਨੂੰ ਅੱਗ ਲਾ ਰਹੇ ਹੋ। ਸੱਚੇ ਪਾਤਸ਼ਾਹ ਸੰਗਤ ਦੇ ਉਪਦੇਸ਼ ਦਿੰਦੇ ਨੇ। ਦੁਬਾਰੇ ਫਿਰ ਆਪਾਂ ਪੰਕਤੀਆਂ ਰਿਪੀਟ ਕਰੀਏ, ਸਾਰੇ ਪੜ੍ਹੀਏ। ਵਿਖਿਆ ਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਸਤਿਗੁਰੂ ਕਹਿੰਦੇ ਨਿਮਖ ਮਾਤਰ ਹੀ ਉਦਾਸ ਹੋ ਜਾਂਦਾ, ਕਿਉਂਕਿ ਜੇ ਉਦਾਸ ਹੋਏ ਤੋਂ ਬਿਨਾਂ, ਵਿਰਾਗ ਤੋਂ ਬਿਨਾਂ ਕੋਈ ਵੀ ਚੀਜ਼ ਦਾ ਮੋਹ ਨਹੀਂ ਛੁੱਟਦਾ। ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਭਜ ਹਰਿ ਮਨਾ, ਪਰ ਹੈ ਨਾ ਜਮ ਕੀ ਫਾਸ। ਜਿਹੜੇ ਵਿਕਾਰ ਨੇ ਤੈਨੂੰ ਜਮਾਂ ਦੀ ਫਾਂਸੀ ਪਾਉਣ ਵਾਲੇ ਨੇ, ਪਰ ਜੇਕਰ ਤੂੰ ਵਾਹਿਗੁਰੂ ਦਾ ਭਜਨ ਕਰੇਗਾ ਫਿਰ ਤੂੰ ਜਮਾਂ ਦੀ ਫਾਂਸੀ ਤੋਂ ਮੁਕਤ ਹੋ ਜਾਵੇਗਾ। ਸਤਿਗੁਰੂ ਸਾਹਿਬ ਜੀ ਸੰਗਤ ਜੀ ਕਿਰਪਾ ਕਰਨ। ਇਸੇ ਹੀ ਮਹਾਰਾਜ ਜੀ ਦੇ ਜਿਹੜੇ ਦੂਸਰਾ ਸ਼ਲੋਕ ਕਈ ਸ਼ਬਦ ਦੀ ਸਮਾਪਤੀ ਹੈ। ਆਓ ਆਨੰਦ ਸਾਹਿਬ ਜੀ ਦੇ ਸਿਮਰਨ ਕਰਕੇ, ਆਨੰਦ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਜੁੜੀਏ। ਸਤਿਗੁਰੂ ਜੀ ਕਿਰਪਾ ਸਦਕਾ ਰਾਤਰੀ ਸੁੱਖ ਨਾ ਬਤੀਤ ਹੋ ਗਈ, ਦਿਵਸ ਆਏ ਨੇ ਮਹਾਰਾਜ ਸੁੱਖਾਂ ਨਾ ਬਤਾਉਣੇ, ਆਪਣੇ ਰੰਗੇ ਵੇ ਨਾਮ ਵਿੱਚ ਗੁਰਮੁਖਾਂ ਦੇ ਮਿਲਾਪ ਕਰਾਉਣੇ, ਮਨ ਮੁਖਾਂ ਤੋਂ ਵਿਛੋੜ ਕੇ ਰੱਖਣਾ। ਸਤਿਗੁਰੂ ਮਹਾਰਾਜ ਕਿਰਪਾ ਕਰਿਓ। ਆਓ ਜੀ ਸੰਗਤ ਦੁਬਾਰੇ ਫੇਰ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਵਿਖਿਆ ਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰਿ ਮਨਾ, ਪਰੈ ਨ ਜਮ ਕੀ ਫਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ